ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਮੈਂ ਹਾਂ ਜੀ ਸਵਲੀਨ ਕੌਰ ਜੱਸੜ ਤੇ ਅੱਜ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਸ਼ਰਮਾ ਜੀ, ਗੱਲ ਅਸੀਂ ਅੱਜ ਰਾਜਨੀਤੀ ਤੋਂ ਸ਼ੁਰੂ ਨਹੀਂ ਕਰਨੀ, ਪਰ ਰਾਜਨੀਤੀਵਾਨਾਂ ਨੇ ਜਿਹੜੀ ਅਲਾਮਤ ਸਹੇੜੀ ਆ ਉਹਦੀ ਗੱਲ ਕਰਾਂਗੇ। ਬੇਲਗਾਮ ਹੋ ਚੁੱਕੀ ਹੈ ਇਹ ਵਾਲੀ ਅਲਾਮਤ। ਗੱਲ ਕਰਾਂਗੇ ਮਹਿੰਗਾਈ ਦੀ, ਚਾਹੇ ਖਾਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਹੋਣ, ਚਾਹੇ ਵਰਤਣ ਵਾਲੀਆਂ, ਚਾਹੇ ਲੀੜਾ ਲੱਤਾ ਮਹਿੰਗਾ ਹੋਇਆ, ਪਰ ਜਿਹੜਾ ਤਿੱਖਾ ਵਾਧਾ ਹੋਇਆ ਉਹ ਹੋਇਆ ਤੇਲ ਦੀਆਂ ਕੀਮਤਾਂ 'ਚ। ਪੈਟਰੋਲ, ਡੀਜ਼ਲ, ਚਾਹੇ ਉਹ ਖਾਣ ਵਾਲਾ ਤੇਲ ਹੈ, ਚਾਹੇ ਘਰੇਲੂ ਗੈਸ ਸਿਲੰਡਰ ਹੈ। ਤੁਸੀਂ ਮੰਨਣਾ ਨਹੀਂ ਆ, ਮੈਂ ਆਪ ਸਾਈਕਲ ਲੈ ਲਿਆ ਕਿ ਜਿਹੜੀਆਂ ਸਬਜ਼ੀਆਂ ਵਗੈਰਾ ਲਿਆਉਣੀਆਂ, ਛੋਟੇ ਮੋਟੇ ਕੰਮ ਕਰਨੇ, ਉਹ ਸਾਈਕਲ ਤੇ ਕਰ ਲਈਏ, ਕਿਉਂਕਿ ਜਦੋਂ 100 ਤੋਂ ਜ਼ਿਆਦਾ ਰੁਪਈਏ 1 ਲੀਟਰ ਲਈ ਪੇ ਕਰਨੇ ਪੈਂਦੇ ਤੇ ਦੁੱਖ ਬੜਾ ਲੱਗਦਾ। ਨਹੀਂ, ਸਾਈਕਲ ਤੁਸੀਂ ਕਿਹੜਾ ਲਿਆ, ਉਹ ਜਿਹੜਾ ਮਾਡਰਨ ਮੋਟੇ ਟਾਇਰਾਂ ਵਾਲਾ ਕਿ ਜਿਹੜਾ ਪਿੱਛੇ ਇੱਕ ਸਟੈਂਡ ਲੱਗਿਆ ਜਿੱਤੇ ਸਮਾਨ ਵੀ ਰੱਖਿਆ ਜਾ ਸਕਦਾ, ਉਹ ਸਾਈਕਲ ਲਿਆ? ਡੁੱਬੀ ਤੇ ਤਾਂ ਜੇ ਸਾਰਾ ਆਇਆ, ਜੇ ਮੋਟੇ ਟਾਇਰਾਂ ਵਾਲਾ ਸਾਈਕਲ ਲੈਣ ਲਈ ਪੈਸੇ ਹੁੰਦੇ ਤੇ ਫਿਰ ਮੈਂ ਤੇਲ ਨਾ ਪਵਾ ਲੈਂਦੀ। ਮੈਂ ਬਿਲਕੁਲ ਉਹ ਕੈਰੀਅਰ ਜੇ ਵਾਲਾ ਸਾਈਕਲ ਲਿਆ ਜਿਹਦੇ ਪਿੱਛੇ ਸਮਾਨ ਰੱਖੋ ਤੇ ਆਰਾਮ ਨਾਲ ਆ ਜਾਓ। ਦੇਖੋ, ਸਾਈਕਲ ਲੈਣਾ ਤੇ ਇੱਕ ਚੰਗੀ ਗੱਲ ਆ, ਤੁਹਾਡੇ ਸਰੀਰਕ ਕਸ਼ਟ ਨੂੰ ਵੀ ਥੋੜਾ ਜਿਹਾ ਦਿੰਦਾ। ਮੈਂ ਮਹਿੰਗੇ ਤੇਲ ਕਰਕੇ ਲਿਆ, ਮੈਂ ਤੁਹਾਨੂੰ ਇਹ ਦੱਸਦਾ। ਅਸਲ ਜਿਹੜੀ ਗੱਲ ਹੈ, ਜਿਸ ਤੁਸੀਂ ਮੁੱਦੇ ਦੀ ਗੱਲ ਕਰਦੇ ਆ ਕਿ ਰਾਜਨੀਤੀ ਦੀ ਅਸੀਂ ਗੱਲ ਨਹੀਂ ਕਰਨੀ, ਪਰ ਰਾਜਨੀਤੀ ਤੋਂ ਬਿਨਾ ਸਾਡੇ ਮੁਲਕ ਦੇ ਵਿੱਚ ਕੋਈ ਗੱਲ ਹੁੰਦੀ ਨਹੀਂ, ਕਿਉਂਕਿ ਰਾਜਨੀਤੀ ਤੋਂ ਅਸੀਂ ਪਰਾਂ ਬੈਠ ਕੇ ਨਹੀਂ ਸੋਚ ਸਕਦੇ। ਉਹ ਤਾਂ ਫਿਰ ਉਹ ਸਾਧੂਆਂ ਵਾਲੀ ਗੱਲ ਆ ਕਿ ਸਰੀਰ ਨੂੰ ਕਿਤੇ ਰੱਖ ਦਈਏ ਤੇ ਸਰੀਰ ਤੋਂ ਬਾਹਰ ਬੈਠ ਕੇ ਸਰੀਰ ਨੂੰ ਦੇਖੀਏ, ਜਿਹਨੂੰ ਉਹ ਮੈਟਾਫਿਜ਼ੀਕਲ ਲੈਵਲ ਦੀ ਗੱਲ ਕਰਦੇ ਆ। ਉਹ ਗੱਲਾਂ ਸਾਡੇ ਤੁਹਾਡੇ ਵੱਸ 'ਚ ਨਹੀਂ ਹੈਗੀਆਂ। ਮਹਿੰਗਾਈ ਜਿਹਨੂੰ ਤੁਸੀਂ ਕਹਿੰਦੇ ਆ, ਇੱਕ ਬੜੇ ਪੁਰਾਣੀ ਗੱਲ ਹੈ। ਜਦੋਂ ਦੂਰਦਰਸ਼ਨ ਹੁੰਦਾ ਸੀ ਤੇ ਇੱਕ ਚੁਟਕਲੇ ਸੁਣਾਉਂਦੇ ਹੁੰਦੇ ਸੀ ਤੇ ਕੋਈ ਕਮੇਡੀਅਨ ਬੈਠਾ ਸੀ, ਉਹ ਕਹਿੰਦਾ ਜੀ ਮੈਨੂੰ ਚਿੱਠੀ ਆਈ ਆ, ਕਿਸੇ ਨੇ ਪੁੱਛਿਆ ਕਿ ਸਾਡੇ ਘਰ ਬੇਟੀ ਹੋਈ ਹੈ ਤੇ ਉਹ ਵੱਧਦੀ ਫੁੱਲਦੀ ਜਮਾ ਨਹੀਂ ਤੇ ਕੀ ਕਰੀਏ, ਕਹਿੰਦਾ ਇਹਦਾ ਨਾਮ ਮਹਿੰਗਾਈ ਰੱਖ ਦਿਓ, ਦੇਖਿਓ ਕਿੱਦਾਂ ਵੱਧਦੀ ਫੁੱਲਦੀ। ਸੋ ਇਹ ਚੁਟਕਲਿਆਂ ਵਾਲੀਆਂ ਗੱਲਾਂ ਸੀ, ਪਰ ਸਾਡੀ ਜ਼ਿੰਦਗੀ ਦੇ ਵਿੱਚ ਰੂਪਮਾਨ ਹੋ ਗਈਆਂ, ਸੱਚ ਹੋ ਗਈਆਂ। ਤੁਸੀਂ ਤੇਲ ਦੀਆਂ ਕੀਮਤਾਂ ਦੀ ਗੱਲ ਕੀਤੀ ਆ ਜਾਂ ਲੀੜੇ ਲੱਤੇ ਦੀ ਗੱਲ ਕੀਤੀ ਆ, ਮੈਂ ਤੁਹਾਨੂੰ ਛੋਟੀਆਂ ਚੀਜ਼ਾਂ, ਇੱਕ ਦੋ ਚੀਜ਼ਾਂ ਆਪਾਂ ਗਿਣਦੇ ਆ। ਮੈਨੂੰ ਯਾਦ ਆ 2008 ਦੀ ਇੱਕ ਗੱਲ। 2008 ਦੇ ਵਿੱਚ ਸੋਨੇ ਦੀ ਕੀਮਤ 13,000 ਰੁਪਏ ਸੀ ਤੇ ਇੱਦਾਂ ਲੱਗਦਾ ਸੀ ਕਿ ਬਹੁਤ ਮਹਿੰਗਾ ਆ। ਜੇ ਉਸ ਤੋਂ ਪਿੱਛੇ ਚਲੇ ਜਾਈਏ 90s, 96, 97 ਦੇ ਵਿੱਚ, ਤੇ ਜਦੋਂ ਇੱਕ ਵਾਰ ਸੋਨੇ ਦਾ ਰੇਟ ਪਤਾ ਲੱਗਿਆ ਤੇ ਉਦੋਂ 4,000 ਰੁਪਏ ਨੂੰ ਜਾਂ 4200 ਰੁਪਏ ਦਾ ਤੋਲਾ ਸੀ। 96 ਤੇ ਸਾਲ ਕਿੰਨੇ ਵਧੇ? 25 ਤੇ ਰੇਟ ਕਿੰਨਾ ਹੋ ਗਿਆ? 10 ਗੁਣਾ। ਹੁਣ 42,000 ਤੋਂ ਵੀ ਅੱਗੇ 45,000, 50,000, 52,000 ਨੂੰ ਵੀ ਇੱਕ ਵਾਰ ਟੱਚ ਕਰ ਚੁੱਕਾ। ਖੈਰ, ਇਹ ਆਮ ਲੋਕਾਂ ਦੀ ਵਰਤੋਂ ਦੀ ਚੀਜ਼ ਨਹੀਂ, ਜਾਂ ਇਦਾਂ ਤੁਸੀਂ ਕਹਿ ਲਓ ਕਿ ਇਸ ਤੋਂ ਬਿਨਾਂ ਵੀ ਜਿਹੜਾ ਆ ਉਹ ਸਰ ਜਾਂਦਾ। ਕੋਈ ਇਹੋ ਜਿਹੀ ਚੀਜ਼ ਤੁਹਾਡੇ ਆਲੇ ਦੁਆਲੇ ਨਹੀਂ ਵਿਕਦੀ ਜਿਹਦਾ ਰੇਟ ਪਿਛਲੇ ਸਮੇਂ ਦੇ ਵਿੱਚ ਵਧਿਆ ਨਾ ਹੋਵੇ। ਕੁਝ ਚੀਜ਼ਾਂ ਐਸੀਆਂ ਤੁਹਾਨੂੰ ਮਿਲਣਗੀਆਂ ਸਵਲੀਨ ਜੀ ਜਿਨ੍ਹਾਂ ਦੇ ਰੇਟ ਵਾਕਿਆ ਹੀ ਨਹੀਂ ਵਧੇ, ਜਦ ਕਿ ਉਹਨਾਂ ਤੋਂ ਬਿਨਾਂ ਕਿਸੇ ਵੀ ਇਨਸਾਨ ਦਾ ਸਰਦਾ ਨਹੀਂ। ਇਹ ਨਹੀਂ ਕਹਿੰਦੇ ਕਿ ਵਧੇ ਨਹੀਂ, ਪਰ ਬਹੁਤ ਘੱਟ ਵਧੇ ਨੇ। ਤੁਸੀਂ ਦੁੱਧ ਦੀ ਗੱਲ ਕਰੋ, ਖਾਣ ਵਾਲੀਆਂ ਚੀਜ਼ਾਂ ਦੀ ਗੱਲ ਕਰੋ, ਜਿਹੜੀਆਂ ਬੇਸਿਕਸ ਨੇ, ਕਣਕ ਦੀ ਗੱਲ ਕਰ ਲਈਏ, ਮੱਕੀ ਦੀ ਗੱਲ ਕਰ ਲਈਏ, ਗੰਨੇ ਦੀ ਗੱਲ ਕਰ ਲਈਏ, ਤੇ ਉਹਨਾਂ ਦੇ ਰੇਟ ਜਿਹੜੀਆਂ ਕਿਸਾਨਾਂ ਤੋਂ ਤੁਸੀਂ ਜਿਣਸ ਖਰੀਦਦੇ ਆ, ਉਹਦੇ ਰੇਟ ਬਹੁਤ ਘੱਟ ਵਧੇ ਨੇ। ਤੁਸੀਂ ਕਹੋਗੇ ਕਿ ਫਿਰ ਆਪਾਂ ਕਿਸਾਨਾਂ ਵੱਲ ਨੂੰ ਤੁਰ ਪਏ, ਪਰ ਅਸਲ ਗੱਲ ਇਹੀ ਆ ਕਿ ਮਹਿੰਗਾਈ ਦਾ ਜਿਹੜਾ ਹਾਲਾਤ ਨੇ ਉਹ ਬਹੁਤ ਬੱਤਰ ਤੋਂ ਬੱਤਰ ਹੋਈ ਜਾ ਰਹੇ ਨੇ। ਪਰ ਖਾਣ ਵਾਲੇ ਤੇਲ ਦੀ ਕੀਮਤ ਤੇ 2020 ਦੇ ਮੁਕਾਬਲੇ 1.5 ਗੁਣਾ ਵੱਧ ਗਈ। ਕੀ ਕਾਰਪੋਰੇਟ ਨੂੰ ਸਪੋਰਟ ਕਰ ਰਹੀ ਹੈ? ਕਿਤੇ ਨਾ ਕਿਤੇ ਬਾਨੀਆਂ ਡਾਨੀਆਂ ਦਾ ਹੀ ਫਾਇਦਾ ਹੋ ਰਿਹਾ। ਬਿਲਕੁਲ ਕਾਰਪੋਰੇਟ ਨੂੰ ਸਪੋਰਟ ਕਰ ਰਹੀ ਹੈ, ਪਰ ਉਹਦਾ ਇੱਕ ਕਾਰਨ ਸਰਕਾਰ ਵੱਲੋਂ ਇਹ ਵੀ ਦੱਸਿਆ ਗਿਆ ਸੀਗਾ ਕਿ ਬੀਤੇ ਦੇ ਵਿੱਚ ਜਿਹੜੀ ਉਹਦੀ ਫਸਲ ਆ ਉਹ ਬਹੁਤ ਚੰਗੀ ਨਹੀਂ ਹੋਈ ਤੇ ਉਹਦੀ ਜਿਹੜੀ ਕਮੀ ਆ ਗਈ। ਸਰੋਂ ਦੀ ਫਸਲ ਦੀ ਗੱਲ ਕੀਤੀ ਜਾ ਰਹੀ ਸੀ ਕਿ ਸਰੋਂ ਦੇ ਤੇਲ ਦੀ ਜਿਹੜੀ ਕੀਮਤ ਆ ਉਹਦੇ 'ਚ ਤਾਂ ਵਾਧਾ ਹੋਇਆ। ਇੱਕ ਮਿਨਿਸਟਰ ਨੇ ਇਹ ਵੀ ਇੱਕ ਵਾਰ ਇੱਕ ਕਤਿੱਤ ਛੱਡਤੀ ਸੀ। ਇੱਕ ਗੱਲ ਉਹਨੇ ਇਦਾਂ ਦੀ ਵੀ ਕੀਤੀ ਕਿ ਕੋਵਿਡ ਦੇ ਦੌਰਾਨ ਲੋਕ ਘਰ ਰਹੇ ਤੇ ਉਹਨਾਂ ਨੇ ਤੇਲ ਵਰਤਿਆ ਬਹੁਤ, ਇਸ ਕਰਕੇ ਮਹਿੰਗਾ ਹੋ ਗਿਆ। ਮਿਨਿਸਟਰਾਂ ਦੀ ਗੱਲ ਅਸੀਂ ਬਾਅਦ 'ਚ ਕਰਦੇ ਹਾਂ। ਜੇ ਅਸੀਂ ਤੇਲ ਦੀ ਗੱਲ ਕਰੀਏ, 2014 ਜਦੋਂ ਇਸ ਸਰਕਾਰ ਨੇ ਸਰਕਾਰ ਸੰਭਾਲੀ, ਇਸ ਪਾਰਟੀ ਵਾਲੀ ਸਰਕਾਰ ਨੇ ਸਰਕਾਰ ਸੰਭਾਲੀ, ਤੇ ਓਪੇਕ ਇੱਕ ਗਰੁੱਪ ਆ, ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟ ਕੰਟਰੀਜ਼, ਜਿਹੜੇ ਦੇਸ਼ ਜਿਨ੍ਹਾਂ ਦਾ ਇੱਕ ਸਮੂਹ ਆ, ਗਲਫ, ਜਿਹਦੇ ਵਿੱਚ ਸਾਰੇ ਗਲਫ ਦੇ ਦੇਸ਼ ਨੇ ਜ਼ਿਆਦਾਤਰ, ਜਿਹੜੇ ਤੇਲ ਧਰਤੀ ਚੋਂ ਕੱਢਦੇ ਨੇ ਤੇ ਫਿਰ ਉਹ ਕੱਚਾ ਤੇਲ ਵੇਚਦੇ ਨੇ, ਜਿਹਨੂੰ ਅਸੀਂ ਕਰੂਡ ਆਇਲ ਕਹਿੰਦੇ ਆ। 14 ਦੇ ਵਿੱਚ ਉਸ ਤੇਲ ਦੀ ਕੀਮਤ ਐਵਰੇਜ $100 ਦੇ ਨੇੜੇ ਤੇੜੇ ਸੀ। $100 ਦਾ ਇੱਕ ਬੈਰਲ ਮਿਲਦਾ। ਬੈਰਲ ਦੇ ਵਿੱਚ 42 ਗੈਲਨ ਹੁੰਦੇ ਆ ਤੇ 160 ਦੇ ਕਰੀਬ 159 ਜਾਂ 158 ਦੇ ਕਰੀਬ ਉਹਦੇ 'ਚ ਲੀਟਰ ਹੁੰਦੇ ਆ। ਉਹ ਹੁਣ ਅੱਗੋਂ ਟੇਢੀ ਗਿਣਤੀ ਮਿਣਤੀ ਆ ਕਿ ਉਸ ਬੈਰਲ 'ਚੋਂ ਪੈਟਰੋਲ ਕਿੰਨਾ ਨਿਕਲਦਾ, ਡੀਜ਼ਲ ਕਿੰਨਾ ਨਿਕਲਦਾ ਤੇ ਗੈਸ ਕਿੰਨੀ ਬਣਦੀ ਆ ਤੇ ਬਾਕੀ ਗਰੀਸ ਤੇ ਜੋ ਉਹਦਾ ਬਚਤ ਹੈ ਉਹਦੇ 'ਚੋਂ ਕੀ ਨਿਕਲਦਾ ਤੇ ਕਿੰਨਾ ਨਿਕਲਦਾ। ਪਰ ਹਾਲਤ ਇਹ ਨੇ ਕਿ ਉਦੋਂ 100 ਦੇ ਨੇੜੇ ਤੇੜੇ ਸੀ ਉਹਦੀ ਕਰੂਡ ਆਇਲ ਦੀ ਕੀਮਤ, ਤੇ ਸਰਕਾਰ ਉਸੇ ਤੇਲ ਨੂੰ ਕੋਈ
70 ਰੁਪਏ ਦੇ ਕਰੀਬ ਵੇਚਦੀ ਸੀ। ਮਤਲਬ ਕੀਮਤ ਜਿਹੜੀ ਆ, ਕੱਚਾ ਤੇਲ ਬਹੁਤ ਮਹਿੰਗਾ ਸੀ, ਕੱਚਾ ਤੇਲ ਬਹੁਤ ਮਹਿੰਗਾ ਸੀ ਤੇ ਕੀਮਤ ਸਸਤੀ ਬਹੁਤ ਜ਼ਿਆਦਾ ਸੀ, ਤੇ ਤਦ ਵੀ ਉਹ ਉਸ ਰੇਟ ਦੇ ਉੱਤੇ ਉਹਨੂੰ ਵੇਚਦੇ ਸੀ। ਕੰਪੀਟੀਟਿਵ ਬੈਠਦਾ ਸੀ, ਸਬਸਿਡੀ ਹੁੰਦੀ ਸੀ, ਕੀ ਹੁੰਦਾ ਸੀ ਕੀ ਨਹੀਂ ਹੁੰਦਾ ਸੀ, ਉਹ ਉਸ ਅਰਥ ਸ਼ਾਸਤਰੀ ਦੀ ਸਰਕਾਰ ਸੀ ਜਿਹਨੂੰ ਅਸੀਂ ਮਨਮੋਹਨ ਸਿੰਘ ਕਹਿੰਦੇ ਸੀ ਜੀ। ਤੇ ਉਦੋਂ ਹਰ ਸਾਲ ਬਜਟ ਦੇ ਵਿੱਚ ਇਸ ਗੱਲ ਦਾ ਰੌਲਾ ਪੈਂਦਾ ਸੀਗਾ ਕਿ ਆਇਲ ਪੂਲ ਡੈਫੀਸਿਟ ਜਿਹੜਾ ਆ ਉਹ ਬਹੁਤ ਜ਼ਿਆਦਾ ਆ, ਸਰਕਾਰ ਦਾ ਵਸ ਨਹੀਂ ਚੱਲਦਾ, ਤੇਲ ਬਾਹਰੋਂ ਮੰਗਾਉਣਾ ਪੈਂਦਾ, ਤੇ ਆਇਲ ਪੂਲ ਡੈਫੀਸਿਟ ਜਿਹੜਾ ਆ, ਤੇਲ ਪੂਲ ਦਾ ਘਾਟਾ ਆ ਉਹ ਬਹੁਤ ਜ਼ਿਆਦਾ ਆ, ਸਬਸਿਡੀ ਸਰਕਾਰ ਦੇ ਬਹੁਤ ਪੈਸੇ ਉਹਦੇ 'ਚ ਖਰਚ ਹੁੰਦੇ ਆ ਜੀ। ਤੇ 14 ਦੇ ਵਿੱਚ ਜਦੋਂ ਇਹਨਾਂ ਸ਼ਖਸਾਂ ਨੇ ਸਰਕਾਰ ਸੰਭਾਲੀ, ਇਹਨਾਂ ਨੇ ਭਾਸ਼ਣ ਦੇ ਵਿੱਚ ਵੀ ਕਿਹਾ ਕਿ ਮੋਦੀ ਕੀ किस्मत अच्छी है, मोदी का राज आया है तो दुनिया में तेल की कीमतें घट गई हैं और आपको भी सस्ता मिलेगा। ਉਹ ਸਸਤਾ ਮਿਲਿਆ 2-4-10 ਦਿਨ ਜੀ, ਕੁਝ ਮਹੀਨੇ। ਜਦੋਂ ਅਸੀਂ ਅੰਕੜਿਆਂ ਦੀ ਝਾਤ ਮਾਰੀਏ ਤਾਂ ਉਹ 105 ਤੋਂ ਚਲਦਿਆਂ ਜਦੋਂ ਅਸੀਂ 2020 ਚ ਆਉਨੇ ਆ, ਮੈਂ ਸਾਰੇ ਅੰਕੜੇ ਤੁਹਾਨੂੰ ਨਹੀਂ ਗਣਾਉਂਦਾ ਹੁਣ ਕਦੋਂ ਕਿੰਨੇ ਹੋਏ, ਬਿਲਕੁਲ ਸਾਡੇ ਦਰਸ਼ਕ ਸਕਰੀਨ ਤੇ ਆਪਾਂ ਉਹਨੂੰ ਦਿਖਾਵਾਂਗੇ। ਤੇ 20 ਦੇ ਵਿੱਚ ਉਸ ਹੀ ਤੇਲ ਦੀ ਕੀਮਤ ਜਿਹੜੀ ਸੀ ਉਹ ਕਰਾ ਕੇ ਤੁਹਾਡਾ ਰੱਬ ਕਰੇ ਭਲਾ ਤੇ $32 ਰਹਿ ਗਈ। 100 ਪਲੱਸ ਉਦੋਂ ਸੀ, ਕਿੰਨੀ ਰਹਿ ਗਈ 32, ਯਾਨੀ ਕਿ 3 ਗੁਣਾ ਤੋਂ ਵੀ ਘਟ ਗਈ। ਤੇ ਪੈਟਰੋਲ ਦੀਆਂ ਕੀਮਤਾਂ ਉਹਦੇ ਤੋਂ ਵੀ ਵੱਧ ਗਈਆਂ, 80 ਤੋਂ ਵੀ ਜ਼ਿਆਦਾ ਜਿਹੜਾ ਰੇਟ ਆ ਉਹ 2019-20 ਦੇ ਵਿੱਚ ਅਸੀਂ ਦੇਖਿਆ। ਸੋ ਆਇਲ ਪੂਲ ਡੈਫੀਸਿਟ ਨਾਂ ਦੀ ਹੁਣ ਕਿਸੇ ਸਰਕਾਰ ਨੇ ਕਦੇ ਗੱਲ ਨਹੀਂ ਕੀਤੀ। ਪਰ ਰਾਹੁਲ ਗਾਂਧੀ ਕਹਿੰਦੇ ਨੇ ਵੀ 7 ਸਾਲਾਂ ਦੇ ਵਿੱਚ ਇਹਨਾਂ ਨੇ ਲਗਭਗ 23 ਲੱਖ ਕਰੋੜ ਰੁਪਇਆ ਕਮਾ ਲਿਆ, ਜੇਬਾਂ 'ਚ ਪਾ ਲਿਆ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਧਾ ਕੇ। ਬਿਲਕੁਲ ਦਰੁਸਤ ਗੱਲ ਹੈ ਜੀ, ਇਹ ਇਕੱਲੇ ਰਾਹੁਲ ਗਾਂਧੀ ਦੀ ਗੱਲ ਨਹੀਂ ਹੈ। ਰਾਹੁਲ ਗਾਂਧੀ ਨੂੰ ਤਾਂ ਅਸੀਂ ਕਹਿ ਸਕਦੇ ਹਾਂ ਜਾਂ ਇਹ ਵੀ ਨਕਾਰ ਦੇਣਗੇ ਕਿ ਇਹ ਵਿਰੋਧੀ ਧਿਰ ਆ ਤੇ ਇਹ ਰੌਲਾ ਪਾਉਂਦੀ ਆ। ਵੱਖੋ ਵੱਖਰੇ ਸਰਕਾਰੀ ਅੰਕੜੇ, ਵੱਖੋ ਵੱਖਰੀਆਂ ਗੈਰ ਸਰਕਾਰੀ ਅਰਥ ਸ਼ਾਸਤਰ ਨਾਲ ਜੁੜੀਆਂ ਹੋਈਆਂ ਸੰਸਥਾਵਾਂ, ਵੈਬਸਾਈਟਸ, ਟੈਲੀਵਿਜ਼ਨ ਚੈਨਲ ਤੇ ਅਖਬਾਰਾਂ ਇਹ ਦੱਸਦੀਆਂ ਨੇ ਕਿ ਪਿਛਲੇ 7 ਸਾਲਾਂ ਦੇ ਵਿੱਚ ਇਸ ਸਰਕਾਰ ਨੇ 22 ਤੋਂ 23 ਲੱਖ ਕਰੋੜ ਰੁਪਈਆ ਸਿਰਫ ਔਰ ਸਿਰਫ ਪੈਟਰੋਲੀਅਮ ਪਦਾਰਥਾਂ ਦੇ ਟੈਕਸ ਤੋਂ ਕਲੈਕਸ਼ਨ ਕੀਤੀ ਹੈ। ਤੁਸੀਂ ਹੈਰਾਨ ਹੋਵੋਗੇ ਇਸ ਗੱਲ ਨੂੰ ਜਾਣ ਕੇ ਕਿ ਜਿਹੜੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਆ ਉਹ ਇਹਨਾਂ 5-6 ਸਾਲਾਂ ਦੇ ਵਿੱਚ 30 ਰੁਪਏ ਲੀਟਰ ਮਗਰ ਵੱਧ ਗਈ। 30 ਰੁਪਏ ਪੈਟਰੋਲ ਮਹਿੰਗਾ ਹੋ ਗਿਆ ਤੇ 36 ਰੁਪਏ ਜਿਹੜਾ ਆ ਉਹ ਡੀਜ਼ਲ ਮਹਿੰਗਾ ਹੋ ਗਿਆ। ਰੌਲਾ ਪੈਂਦਾ ਸੀ ਇਹਨਾਂ ਸਰਕਾਰਾਂ ਵੱਲੋਂ ਜਦੋਂ ਮਨਮੋਹਨ ਸਿੰਘ ਸਰਕਾਰ ਕੀਮਤ ਵਧਾਉਂਦੀ ਸੀ, ਇਹ ਨੰਗੇ ਧੜ ਹੋ ਕੇ ਲੜਦੇ ਸੀ, ਕਦੇ ਸਿਲੰਡਰ ਬਾਹਰ ਰੱਖਦੇ ਸੀ ਤੇ ਕਦੇ ਗੱਡੀਆਂ ਨੂੰ ਇਹ ਬੌਲਦਾਂ ਨਾਲ ਜਾਂ ਝੋਟਿਆਂ ਨਾਲ ਖਿੱਚ ਕੇ ਦਿਖਾਵਾ ਕਰਦੇ ਸੀ ਕਿ ਤੇਲ ਜਿਹੜਾ ਆ ਉਹ ਬਹੁਤ ਮਹਿੰਗਾ ਹੋ ਗਿਆ। ਪਰ ਹੁਣ ਕੋਈ ਬੋਲਦਾ ਨਹੀਂ। ਜਦੋਂ ਦੂਸਰੀ ਧਿਰ ਬੋਲਦੀ ਵੀ ਆ ਤੇ ਉਹਦੀ ਸੁਣਵਾਈ ਕਿਤੇ ਨਹੀਂ ਹੁੰਦੀ। ਅਸੀਂ ਉਸ ਗੱਲ ਵੱਲ ਜਦੋਂ ਜਾਂਦੇ ਆ, ਜਦੋਂ ਦੇਖਦੇ ਆ, ਤੁਸੀਂ ਦੇਖੋ ਕਿ ਰੋਜ਼ ਦੀ ਰੋਜ਼ ਕੀਮਤ ਕਿੰਨੀ ਸਪੀਡ ਨਾਲ ਵਧ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗਦਾ ਕਿ ਅੱਜ ਅਸੀਂ 10ਵੇਂ ਮਹੀਨੇ ਅਕਤੂਬਰ 'ਚ ਬੈਠੇ ਹਾਂ ਤੇ ਮੇਰਾ ਖਿਆਲ 10 ਤਰੀਕ ਹਾਲੇ ਹੋਈ ਨਹੀਂ। ਪਿਛਲੇ ਇਸ ਸਾਲ ਦੇ ਅੰਦਰ ਯਾਨੀ ਕਿ 9-9.5 ਮਹੀਨਿਆਂ ਦੇ ਅੰਦਰ ਤੁਸੀਂ ਹੈਰਾਨ ਹੋਵੋਗੇ ਜਾਣ ਕੇ, ਹਾਲਾਂਕਿ ਦਰਸ਼ਕ ਜਾਣਦੇ ਨੇ ਰੋਜ਼ ਇਹਨਾਂ ਚੀਜ਼ਾਂ ਨਾਲ 2-4 ਹੁੰਦੇ ਨੇ ਜਿਹੜੇ ਵੀ ਬੰਦੇ, ਚਾਹੇ ਕੋਈ ਸਕੂਟਰ ਚਲਾਉਂਦਾ ਹੈ, ਚਾਹੇ ਕੋਈ ਟਰੈਕਟਰ ਚਲਾਉਂਦਾ ਹੈ, ਚਾਹੇ ਕੋਈ ਕਾਰ ਚਲਾਉਂਦਾ ਹੈ, ਚਾਹੇ ਕੋਈ ਜਨਰੇਟਰ ਦੇ ਵਿੱਚ ਡੀਜ਼ਲ ਪਾ ਕੇ ਘਰ ਦੀ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਦਾ, ਚਾਹੇ ਫਿਰ ਜਦੋਂ ਬਿਜਲੀ ਨਹੀਂ ਹੁੰਦੀ ਤੇ ਉਹ ਜਨਰੇਟਰ ਦੇ ਵਿੱਚ ਤੇਲ ਪਾ ਕੇ ਤੇ ਖੇਤੀ ਵਾਲਾ ਟਿਊਬਵੈੱਲ ਵੀ ਚਲਾਉਂਦੇ ਆ ਕਈ ਵਾਰ। 1 ਸਾਲ ਹਾਲੇ ਪੂਰਾ ਨਹੀਂ ਹੋਇਆ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 60 ਤੋਂ 62 ਵਾਰ ਵੱਧ ਚੁੱਕੀਆਂ ਨੇ। 2-4 ਵਾਰ ਘਟੀਆਂ ਵੀ ਹੋਣਗੀਆਂ, 10-20 ਪੈਸੇ ਘਟਾਉਂਦੇ ਨੇ, 10-20 ਪੈਸੇ ਵਧਾ ਦਿੰਦੇ ਨੇ। ਰੋਜ਼ ਪ੍ਰਤੀ ਰੋਜ਼ ਦੀ ਰੋਜ਼। ਅੱਜ ਹੀ ਸਵੇਰੇ ਤੁਸੀਂ ਜਦੋਂ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਤੇ ਗੱਲ ਕਰਨੀ ਆ, ਮੇਰੀ ਇੱਕ ਜਿਹੜੀ ਤੁਹਾਡੀ ਗੈਸ ਵਾਲੀ ਏਜੰਸੀ ਆ ਉਹਨਾਂ ਦੇ ਮਾਲਕ ਨਾਲ ਗੱਲ ਹੋਈ ਕਿ ਸਿਲੰਡਰ ਜਿਹੜਾ ਆ, ਬੀਬੀਆਂ ਦੀਆਂ ਮੁਸ਼ਕਲਾਂ ਦੀ ਵੀ ਗੱਲ, ਸਿਲੰਡਰ ਜਿਹੜਾ ਆ ਉਹ ਹੁਣ ਕਿਸ ਰੇਟ ਤੇ ਮਿਲ ਰਿਹਾ। ਉਹਨੂੰ ਲੱਗਿਆ ਸ਼ਾਇਦ ਮੈਂ ਮੰਗਵਾਉਣਾ ਆ, ਮੈਂ ਕਿਹਾ ਨਹੀਂ, ਮੈਂ ਤੇ ਸਿਰਫ ਰਿਪੋਰਟ ਦੀ ਗੱਲ ਕਰਨੀ ਹੈ। ਉਹ ਕਹਿੰਦਾ ਕੱਲ 916 ਸੀ, 15 ਵੱਧ ਗਿਆ ਤੇ 931 ਹੋ ਗਿਆ। 2014 ਚ 400 ਦੇ ਕਰੀਬ ਸੀ, 410। ਤੇ ਕਾਂਗਰਸ ਨੇ ਇਹਨਾਂ ਦੇ ਟਵੀਟ ਵੀ ਕੀਤਾ ਇਸ ਬਾਰੇ, ਵਿਰੋਧੀ ਧਿਰ ਨੂੰ ਨਿਸ਼ਾਨੇ ਤੇ ਵੀ ਲਿਆ। ਬਿਲਕੁਲ। ਪਰ ਪ੍ਰਧਾਨ ਮੰਤਰੀ ਸਾਹਿਬ ਜਦੋਂ ਜਿਹੜੇ ਹੁਣ ਦੇ ਪ੍ਰਧਾਨ ਮੰਤਰੀ ਨੇ, ਜਦੋਂ 2014 ਦੀ ਚੋਣ ਦਾ ਪ੍ਰਚਾਰ ਕਰਦੇ ਸੀ ਤੇ ਇਹ ਰੁਪਈਏ ਨੂੰ ਮਨਮੋਹਨ ਸਿੰਘ ਦੀ ਉਮਰ ਨਾਲ ਨਾਪਦੇ ਸੀ ਕਿ ਡਾਲਰ ਦੀ ਕੀਮਤ ਜਿਹੜੀ ਆ ਉਹ ਪ੍ਰਧਾਨ ਮੰਤਰੀ ਦੀ ਉਮਰ ਨਾਲੋਂ ਵੀ ਵੱਧ ਗਈ। ਤੇ ਸਮ੍ਰਿਤੀ ਇਰਾਨੀ ਜਿਹੜੇ ਮਿਨਿਸਟਰ ਵੀ ਰਹੇ ਨੇ ਬਾਅਦ ਵਿੱਚ, ਹੁਣ ਵੀ ਕਿਸੇ ਮੰਤਰਾਲੇ 'ਚ ਬੈਠਦੇ ਨੇ, ਉਹਨਾਂ ਨੇ ਚੂੜੀਆਂ ਭੇਜਤੀਆਂ ਸੀ ਕਿ ਸਰਕਾਰ ਕੋਲੋਂ ਮਹਿੰਗਾਈ ਕੰਟਰੋਲ ਨਹੀਂ ਹੁੰਦੀ। ਅਸੀਂ ਆਪ ਖੁਦ ਇਸ ਗੱਲ ਲਈ ਪੀ ਚਿਦੰਬਰਮ ਦਾ 2-3 ਵਾਰ ਕ੍ਰਿਟਿਸਿਜ਼ਮ ਕੀਤਾ ਸੀ।
ਸ਼ਰਦ ਪਵਾਰ ਜਿਹੜੇ ਮਹਾਰਾਸ਼ਟਰ ਦੇ ਵਿੱਚ ਵੱਡੇ ਅਹੁਦੇਦਾਰ ਨੇ, ਸ਼ੂਗਰ ਕਿੰਗ ਮੰਨੇ ਜਾਂਦੇ ਨੇ, ਸ਼ੂਗਰ ਦੀ ਲੌਬੀ ਤੇ ਬੜਾ ਕੰਟਰੋਲ ਆ, ਖੇਤੀਬਾੜੀ ਮੰਤਰੀ ਸੀ ਮਨਮੋਹਨ ਸਿੰਘ ਸਰਕਾਰ 'ਚ, ਉਹਨਾਂ ਦਾ ਕ੍ਰਿਟਿਸਿਜ਼ਮ ਕੀਤਾ ਸੀ ਕਿ ਤੁਸੀਂ ਖੇਤੀਬਾੜੀ ਦੇ ਮਿਨਿਸਟਰ ਹੋ ਤੇ ਤੁਹਾਡੇ ਸਰਕਾਰ ਦੇ ਦੌਰਾਨ, ਤੁਹਾਡੇ ਰਾਜ ਦੇ ਦੌਰਾਨ ਹੀ ਜਿਹੜੀ ਖੰਡ ਦੀ ਕੀਮਤ ਆ ਉਹ ਇੰਨੀ ਜ਼ਿਆਦਾ ਕਿਉਂ ਵੱਧ ਰਹੀ ਆ। ਪਰ ਹੁਣ ਦੇ ਜਿਹੜੀ ਵੀ ਸਰਕਾਰ ਆਉਂਦੀ ਆ ਉਹਨਾਂ ਦੇ ਜਦੋਂ ਤੁਸੀਂ ਬਿਆਨ ਸੁਣਦੇ ਆ ਲੀਡਰਾਂ ਦੇ, ਤੇ ਸਮਝ ਨਹੀਂ ਲੱਗਦੀ ਕਿ ਇਹ ਜਿਹੜੀ ਸੱਤਾ ਆ ਇੰਨੀ ਨਿਰੰਕੁਸ਼ ਕਿੱਦਾਂ ਹੋ ਸਕਦੀ ਹੈ। ਤੁਸੀਂ ਲੀਡਰਾਂ ਦੀ ਗੱਲ ਕਰ ਰਹੇ ਆ ਤੇ ਸਾਬਕਾ ਪੈਟਰੋਲੀਅਮ ਮੰਤਰੀ ਤੇ ਇਹ ਕਹਿੰਦੇ ਸੀਗੇ ਵੀ ਅਸੀਂ ਇਸ ਕਰਕੇ ਕੀਮਤਾਂ ਵਧਾਈਆਂ ਨੇ ਕਿਉਂਕਿ ਸਾਨੂੰ ਟੈਕਸ ਜ਼ਿਆਦਾ ਆਉਣਾ ਆ ਤੇ ਫਿਰ ਉਹ ਪੈਸੇ ਅਸੀਂ ਤੁਹਾਡੇ ਤੇ ਖਰਚ ਦੇਣੇ ਆ, ਤੇ ਆਪਣੀਆਂ ਜੇਬਾਂ ਦੀ ਤੇ ਗੱਲ ਹੀ ਨਹੀਂ ਕੀਤੀ। ਦੇਖੋ ਕਿੰਨੀ ਅਹਿਮ ਕਰਨਾ ਗੱਲ ਆ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਹੀ ਚੱਲਦੀ ਹੈ, ਪਰ ਟੈਕਸ ਲੈਣ ਦੀ ਕੋਈ ਹੱਦ ਵੀ ਤਾਂ ਹੁੰਦੀ ਹੈ। ਸਾਡੀਆਂ ਜੇਬਾਂ ਹੀ ਖਾਲੀ ਕਰ ਦੇਣੀਆਂ ਨੇ। ਬਿਲਕੁਲ 12 ਤੋਂ ਜ਼ਿਆਦਾ ਕਰੋੜ ਲੋਕਾਂ ਨੇ ਆਪਣੀ ਨੌਕਰੀ ਗਵਾਈ ਹੈ। ਤੁਸੀਂ ਆਪ ਦੱਸਿਆ ਕਿ ਅਸੀਂ ਹੁਣ ਬਾਜ਼ਾਰ ਨੂੰ ਸਕੂਟਰ ਲੈ ਕੇ ਜਾਣ ਲਈ ਸੋਚਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਅਸੀਂ ਕੈਲਕੂਲੇਸ਼ਨ ਤਾਂ ਕਰਦੇ ਆ ਨਾ ਕਿ ਇੱਕ ਮਹੀਨੇ 'ਚ ਅਸੀਂ ਸਕੂਟਰ 'ਚ ਜਾਂ ਕਾਰ 'ਚ ਕਿੰਨੀ ਵਾਰ ਤੇਲ ਪਵਾਉਂਦੇ ਆ ਤੇ ਕਿੰਨਾ ਸਾਡਾ ਖਰਚਾ ਹੈ। ਜੋ ਕੁਝ ਹੁਣ ਸਾਡੇ ਨਾਲ ਵਾਪਰ ਰਿਹਾ ਮਹਿੰਗਾਈ ਦੇ ਮਾਮਲੇ ਤੇ, ਉਹਨੇ ਸਾਰੇ ਹੀ ਪੱਖਾਂ ਦੀ, ਸਾਰੇ ਹੀ ਤਬਕੇ ਦੇ ਲੋਕਾਂ ਦੀ, ਚਾਹੇ ਉਹ ਲੋਅਰ ਲੈਵਲ ਦੇ ਨੇ, ਚਾਹੇ ਉਹ ਮਿਡਲ ਲੈਵਲ ਦੇ ਨੇ, ਚਾਹੇ ਉਹ ਉੱਪਰ ਮਿਡਲ ਲੈਵਲ ਦੇ ਨੇ, ਚਾਹੇ ਉਹ ਅਪਰ ਲੈਵਲ ਦੇ ਵੀ ਨੇ, ਜਿੰਨੀ ਮਹਿੰਗਾਈ ਹੋਈ ਪਈ ਆ ਇਹ ਸਾਰੇ ਹੀ ਲੋਕਾਂ ਲਈ ਵੱਡੀ ਇੱਕ ਸੋਚ ਦਾ ਵਿਸ਼ਾ ਹੈ, ਇੱਕ ਚਿੰਤਾ ਦਾ ਵਿਸ਼ਾ ਹੈ। ਕਰੋਨਾ ਦੇ ਦੌਰਾਨ ਜੋ ਕੁਛ ਇਸ ਸਰਕਾਰ ਦੀਆਂ ਆਰਥਿਕ ਨੀਤੀਆਂ ਰਹੀਆਂ ਉਹਨੇ ਬਿਲਕੁਲ ਜਿਹੜਾ ਬੰਟਾ ਧਾਰ ਜਿਹਨੂੰ ਕਹਿੰਦੇ ਆ ਇਕਨੋਮਿਕ ਕੰਡੀਸ਼ਨਸ ਦਾ, ਉਹ ਕਰ ਦਿੱਤਾ। ਰਸੋਈ ਗੈਸ ਦੀ ਤੁਸੀਂ ਗੱਲ ਕੀਤੀ ਆ, ਇਸ ਹਾਲਾਤ ਤੱਕ ਪਹੁੰਚੇ ਗਏ ਨੇ ਲੋਕ ਕਿ ਇਹਨਾਂ ਨੇ ਉਜਵਲਾ ਯੋਜਨਾ ਜਿਹੜੀ ਸ਼ੁਰੂ ਕੀਤੀ ਸੀ ਉਹਦੇ ਚੋਂ 70% ਤੋਂ ਜ਼ਿਆਦਾ, 80% ਤੋਂ ਜ਼ਿਆਦਾ ਵੀ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਸਿਲੰਡਰ ਦੁਬਾਰਾ ਰੀਫਿਲ ਨਹੀਂ ਕਰਵਾਏ। ਉਹ ਕਹਿੰਦੀਆਂ ਵੀ ਸਾਨੂੰ ਮੋਦੀ ਨੇ ਇੱਕ ਵਾਰ ਚੁੱਲ੍ਹਾ ਤੇ ਸਿਲੰਡਰ ਤੇ ਦੇਤਾ, ਇਹਨੂੰ ਰੀਫਿਲ ਕਿੱਥੋਂ ਕਰਵਾਈਏ, ਜਦੋਂ ਐਵਰੇਜ ਲੋਕਾਂ ਦੀ ਜਿਹੜੀ ਕਮਾਈ ਆ ਉਹ ਨਹੀਂ ਵੱਧ ਰਹੀ। 12 ਕਰੋੜ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਹੋ ਗਏ ਨੇ, ਤੇ ਉਹ ਜਿਹੜੀ ਕਮਾਈ ਆ ਕਿੱਥੋਂ ਵਧੂਗੀ, ਤੇ ਫਿਰ ਗੈਸ ਨੂੰ ਕਿੱਦਾਂ ਤੁਸੀਂ ਰੀਫਿਲ ਕਰਵਾਓਗੇ ਸਿਲੰਡਰ ਨੂੰ। ਸੋ ਜਿਹੜੇ ਹਾਲਾਤ ਨੇ ਉਹ ਬਿਲਕੁਲ ਸਾਜ਼ਗਾਰ ਨਹੀਂ ਹੈਗੇ ਤੇ ਮਹਿੰਗਾਈ ਦੇ ਪਾਸੇ ਸਰਕਾਰ ਦਾ ਧਿਆਨ ਬਿਲਕੁਲ ਨਹੀਂ। ਜਿਹੜੇ ਮੋਦੀ ਦੀ ਵਜ਼ਾਰਤ ਦੇ ਮੰਤਰੀ ਨੇ ਉਹ ਇੱਕ ਤਾਂ ਕਹਿੰਦਾ ਵੀ ਸਾਈਕਲ ਲੈ ਲਓ ਜੇ ਤੁਹਾਨੂੰ ਪੈਟਰੋਲ ਮਹਿੰਗਾ ਲੱਗਦਾ ਨਾ, ਪ੍ਰਦੂਮਨ ਸਿੰਘ ਤੋਮਰ ਕਹਿੰਦਾ ਵੀ ਸਾਈਕਲ ਲੈ ਲਓ, ਗੱਡੀਆਂ ਦੇ ਕਾਫਲੇ 'ਚੋਂ ਬੰਦਾ ਜਾਂਦਾ ਆ ਤੇ ਲੋਕਾਂ ਨੂੰ ਕਹਿੰਦਾ ਸਾਈਕਲ ਲੈ ਲਓ ਜੇ ਤੁਹਾਨੂੰ ਪੈਟਰੋਲ ਮਹਿੰਗਾ ਲੱਗਦਾ। ਤੇ ਰਾਮ ਰਤਨ ਪਾਇਲ ਦੀ ਜੇ ਗੱਲ ਕਰੀਏ, ਉਹਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਤੇਲ ਦੀ ਕੀਮਤ ਇੰਨੀ ਮਹਿੰਗੀ ਹੋ ਗਈ, ਕਹਿੰਦਾ ਗੋ ਟੂ ਤਾਲਿਬਾਨ, ਉੱਥੇ 50 ਰੁਪਏ ਮਿਲਦਾ। ਕਿੱਡੀ ਕੁ ਇਹਨਾਂ ਦੀ ਸਿਆਣਪ ਆਏ ਕਿ ਲੋਕ ਤੁਹਾਨੂੰ ਆਪਣੇ ਮੁੱਦੇ ਪੁੱਛ ਰਹੇ ਨੇ, ਆਪਣੀਆਂ ਮੁਸ਼ਕਲਾਂ ਦੱਸ ਰਹੇ ਨੇ, ਤੇ ਤੁਸੀਂ ਇੱਕ ਦਿਲ ਦੁਖਾਉਣ ਵਾਲੇ ਤੁਸੀਂ ਉਹਨਾਂ ਨੂੰ ਗੈਰ ਜ਼ਿੰਮੇਦਾਰਾਨਾ ਬਿਆਨ ਅੱਗੋਂ ਦੇ ਰਹੇ ਆ। ਦੇਖੋ ਤੁਸੀਂ ਹੁਣੇ ਆਪੇ ਦੱਸਿਆ ਕਿ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਲਈ ਆਏ ਸੀ ਜਿੱਥੇ ਉਹਨਾਂ ਨੇ ਦੱਸਣਾ ਸੀਗਾ ਕਿ ਤੁਸੀਂ ਸਾਈਕਲ ਚਲਾਓ, ਤੇ ਆਏ ਉਹ ਕਿੱਦਾਂ ਸੀ, ਕਾਰਾਂ ਦੇ ਕਾਫਲੇ 'ਚ। ਇਸ ਚੀਜ਼ ਨੂੰ ਤੁਸੀਂ ਇਦਾਂ ਵੀ ਸਮਝ ਸਕਦੇ ਆ ਸਵਲੀਨ ਜੀ ਕਿ ਜਿਹੜੇ ਇਹਨਾਂ ਸਰਕਾਰਾਂ ਦੇ ਗੈਰ ਆਰਗੇਨਾਈਜ਼ਡ ਅਨਪਲੈਨਡ ਖਰਚੇ ਨੇ, ਜਿਹੜੇ ਗੈਰ ਯੋਜਨਾਬੱਧ ਤਰੀਕੇ ਨਾਲ ਖਰਚੇ ਹੁੰਦੇ ਨੇ, ਉਹ ਸਰਕਾਰ ਦੇ ਉੱਤੇ ਇੱਕ ਵੱਡਾ ਬੋਝ ਆ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਖਰਚੇ ਇਹਨਾਂ MLAs ਦੇ, MPs ਦੇ, ਸਾਬਕਾ ਦੇ, ਮੌਜੂਦਾ ਦੇ ਉੱਤੇ ਹੀ ਖਰਚੇ ਜਾਂਦੇ ਨੇ। ਇਹਨਾਂ ਨੂੰ ਹਾਲੇ ਵੀ ਵੱਡੀ ਮਾਤਰਾ ਦੇ ਵਿੱਚ ਵੱਡੀ ਅਮਾਉਂਟ ਇਹਨਾਂ ਨੂੰ ਟੈਲੀਫੋਨ ਚਲਾਉਣ ਲਈ ਤੇ ਮੋਬਾਈਲ ਫੋਨ ਵਰਤਣ ਲਈ ਮਿਲਦੀ ਹੈ, ਜਦ ਕਿ ਸਾਰੇ ਹੀ ਜਾਣਦੇ ਆ ਕਿ ਮੋਬਾਈਲ ਫੋਨ ਜਿਹੜਾ ਆ ਉਹ ਇੱਕ ਆਮ ਬੰਦਾ ਜਦੋਂ ਚਲਾਉਂਦਾ ਆ ਉਹਨੂੰ ਕੁਝ ਸੈਂਕੜੇ ਕੁ ਰੁਪਏ ਲੱਗਦੇ ਆ ਤੇ ਉਹ ਪੂਰਾ ਮਹੀਨਾ ਅਨਲਿਮਿਟਡ ਚਲਾਉਂਦਾ, ਪਰ ਇਹਨਾਂ ਨੂੰ ਉਹਦੀ ਜਿਹੜੀ ਫੀਸ ਆ ਉਹ ਬਹੁਤ ਮੋਟੀ ਮਿਲਦੀ ਹੈ। ਪਰ ਗੱਲ ਤਾਂ ਉਹੀ ਆ ਨਾ ਕਿ ਇਹਨਾਂ ਨੂੰ ਆਪ ਨੂੰ ਕਵੇ ਕੌਣ ਕਿ ਤੁਸੀਂ ਆਪਣੇ ਜਿਹੜੇ ਖਰਚੇ ਆ ਉਹ ਕੰਟਰੋਲ ਕਰੋ। ਸੋ ਸਰਕਾਰਾਂ ਦੇ ਜਿਹੜੇ ਅਨਪਲੈਨਡ ਐਕਸਪੈਂਡੀਚਰ ਨੇ ਉਹ ਬਜਟ ਦੇ ਉੱਤੇ ਇੱਕ ਵੱਡਾ ਬੋਝ ਆ। ਦੇਖੋ ਇਹਨਾਂ ਨੇ ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ, ਨਵੀਂ ਸਰਕਾਰ ਸੀ, ਨਵੀਆਂ ਯੋਜਨਾਵਾਂ ਸ਼ੁਰੂ ਹੋਣੀਆਂ ਚਾਹੀਦੀਆਂ ਸੀ। ਸਭ ਤੋਂ ਵੱਡਾ ਰੌਲਾ GST ਦਾ ਸੀ, ਇੱਕ ਦੇਸ਼ ਆ ਇੱਕ ਟੈਕਸ ਹੋਵੇਗਾ, ਤੇ ਫਿਰ ਪੈਟਰੋਲ ਤੇ ਡੀਜ਼ਲ ਉਸ GST ਦੇ ਵਿੱਚ ਸ਼ਾਮਲ ਕਿਉਂ ਨਹੀਂ। ਫੈਸਲੇ ਤਾਂ ਬਹੁਤ ਮਾਰੂ ਸੀਗੇ, ਜਦੋਂ ਨੋਟਬੰਦੀ ਹੋਈ ਉਸ ਤੋਂ ਬਾਅਦ ਬੇਰੁਜ਼ਗਾਰੀ ਦੀ ਦਰ ਦੇਖੋ ਕਿੱਥੇ ਚਲੀ ਗਈ ਹੈ। ਜਿੰਨੀ ਨੋਟਬੰਦੀ ਨਾਲ ਬੇਰੁਜ਼ਗਾਰੀ ਤੇ ਅਸਰ ਹੋਇਆ, ਉਸ ਤੋਂ ਜ਼ਿਆਦਾ ਅਸਰ GST ਨਾਲ ਹੋਇਆ, ਉਸ ਤੋਂ ਬਾਅਦ ਕੋਵਿਡ ਨਾਲ ਵੀ ਹੋਇਆ। ਬਿਲਕੁਲ। ਤੇ ਦੁਨੀਆ ਦੇ ਜਿਹੜੇ ਚੰਗੀਆਂ ਅਰਥ ਸ਼ਾਸਤਰੀ ਸੀ ਜਾਂ ਚੰਗੀਆਂ ਆਰਥਿਕਤਾਵਾਂ ਵਾਲੇ ਦੇਸ਼ ਸੀ, ਉਹਨਾਂ ਨੇ ਜਿੰਨਾ ਲੋਕਾਂ ਨੂੰ ਸਿੱਧੀ ਮਦਦ ਕੀਤੀ, ਇਸ ਸਰਕਾਰ ਨੇ ਲੋਕਾਂ ਨੂੰ ਇੱਕ ਪੈਸੇ ਦੀ ਵੀ ਸਿੱਧੀ ਮਦਦ ਨਾ ਕਰਕੇ ਸਿਰਫ ਔਰ ਸਿਰਫ ਉਹਨਾਂ ਨੂੰ ਕਰਜ਼ਾ ਲੈਣ ਲਈ ਉਤਸ਼ਾਹਿਤ ਕੀਤਾ। ਸਰਕਾਰਾਂ ਨੂੰ ਵੀ ਕਿਹਾ ਕਿ ਤੁਹਾਡੇ ਜਿਹੜੇ ਪੈਸੇ ਸਾਡੇ ਕੋਲ ਪਏ ਨੇ, ਜਿਹੜੇ ਤੁਹਾਡੇ ਸਾਡੇ ਕੋਲੋਂ ਫੰਡ ਬਚਦੇ ਨੇ, ਉਹ ਪੈਸੇ ਤੁਸੀਂ ਰਹਿਣ ਦਿਓ ਤੇ ਤੁਸੀਂ ਸਾਡੇ ਤੋਂ ਕਰਜ਼ਾ ਲੈ ਲਓ। ਤੁਸੀਂ ਹੁਣ ਜਿਹੜੀ ਅਮਾਉਂਟ ਦੀ ਗੱਲ ਕੀਤੀ ਆ 30-32 ਲੱਖ ਕਰੋੜ ਜਿਹੜਾ ਇਹਨਾਂ ਨੇ ਟੈਕਸ ਤੋਂ ਕਮਾਇਆ, ਤੇ ਹਾਲੇ ਵੀ ਇਸ ਸਰਕਾਰ ਦਾ ਆਉਣ ਵਾਲੇ 4-5 ਸਾਲਾਂ ਦੇ ਵਿੱਚ ਦੁਨੀਆ ਨੂੰ ਦੇਣ ਵਾਲਾ ਕਰਜ਼ ਜਿਹੜਾ ਆ ਉਹ ਇੰਨਾ ਕੁ ਹੀ ਬਕਾਇਆ ਆ। 35 ਤੋਂ 40-45 ਲੱਖ ਕਰੋੜ ਰੁਪਈਆ ਇਸ ਮੁਲਕ ਦੇ ਸਰਕਾਰਾਂ ਨੇ, ਇਸ ਮੁਲਕ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸਰਕਾਰੀ ਤਰੀਕਿਆਂ ਨਾਲ ਇਹਨਾਂ ਨੇ ਦੂਜਿਆਂ ਦੇਸ਼ਾਂ ਦੀਆਂ ਬੈਂਕਾਂ ਦਾ ਜਾਂ ਵਰਲਡ ਬੈਂਕ ਦਾ ਜਿਹੜਾ ਆ ਉਹ ਕਰਜ਼ ਚੁਕਾਉਣਾ ਆ।
ਨਾ ਤਾਂ ਇਹ ਉਸ ਕਰਜ਼ ਨੂੰ ਚੁਕਾ ਪਾ ਰਹੇ ਆ, ਨਾ ਇਹ ਆਪਣੇ ਦੇਸ਼ ਦੇ ਲੋਕਾਂ ਨੂੰ ਸੌਖੀ ਜ਼ਿੰਦਗੀ ਦੇ ਰਹੇ ਆ, ਤੇ ਨਾ ਹੀ ਇਹਨਾਂ ਦਾ ਮਹਿੰਗਾਈ ਤੇ ਕੋਈ ਕੰਟਰੋਲ ਆ। ਗੱਲ ਤੁਸੀਂ ਕਿਸੇ ਵੀ ਚੀਜ਼ ਦੀ ਫੜ ਲਓ, ਸੋਨੇ ਤੋਂ ਲੈ ਕੇ ਤੁਸੀਂ ਤੇਲ ਤੱਕ ਆ ਜਾਓ, ਤੇਲ ਤੋਂ ਲੈ ਕੇ ਤੁਸੀਂ ਖਾਣ ਵਾਲੇ ਤੇਲ ਤੱਕ ਆ ਜਾਓ, ਉਸ ਤੋਂ ਲੈ ਕੇ ਤੁਸੀਂ ਕਿਸੇ ਵੀ ਸਮੇਂ ਦੇ ਵਿੱਚ ਸਬਜ਼ੀਆਂ ਦੀ ਪ੍ਰਾਈਸ ਤੇ ਆ ਜਾਓ, ਜਿਹੜੇ ਪਿਆਜ਼ ਆਲੂ ਆ ਉਹ ਇਹਨਾਂ ਦੀ ਸਰਕਾਰਾਂ ਵੀ ਡੋਬ ਚੁੱਕੇ ਆ। ਇਹਨਾਂ ਤੋਂ ਪਿਛਲੀ ਵਾਰ ਜਦੋਂ ਮਨਮੋਹਨ ਸਿੰਘ ਤੋਂ ਪਹਿਲਾਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਸੀ ਤੇ ਪਿਆਜ਼ ਨੇ ਹੀ ਰਵਾਇਆ ਸੀ। ਫਿਰ ਦੂਸਰੀ ਗੱਲ, ਉਸੇ ਹੀ ਪ੍ਰਾਈਸ ਨੂੰ ਜਦੋਂ ਤੁਸੀਂ ਕਿਸਾਨ ਦੇ ਕੋਲ ਜਾ ਕੇ ਚੈੱਕ ਕਰਦੇ ਆ, ਜਦੋਂ ਕਿਸਾਨ ਆਪਣੀ ਫਸਲ ਨੂੰ ਵੇਚਣ ਜਾਂਦਾ ਤੇ ਉਹਨੂੰ ਮਿਲਦੇ ਨਹੀਂ ਉਹਨੇ ਪੈਸੇ ਵੀ ਜਿੰਨੇ ਉਹਦੀ ਲਾਗਤ ਹੁੰਦੀ ਆ। ਪਰ ਜਦੋਂ ਤੁਸੀਂ ਉਸੇ ਹੀ ਪ੍ਰਾਈਸ ਨੂੰ ਮੰਡੀ ਤੇ ਦੇ ਦਿੰਦੇ ਆ ਤੇ ਮੰਡੀ ਤੋਂ ਬਾਅਦ ਜਦੋਂ ਆਮ ਲੋਕਾਂ ਤੱਕ ਪਹੁੰਚਦੀ ਆ ਤੇ ਫਿਰ ਉਹ ਜਿਹੜੀ ਪ੍ਰਾਈਸ ਆ ਉਹ ਪਤਾ ਵੀ ਨਹੀਂ ਲੱਗਦਾ ਕਿ ਉਹ ਕਿੰਨੇ ਗੁਣਾ ਹੋ ਗਏ। ਫਿਰ ਇਸੇ ਕਰਕੇ ਇਹਦਾ ਉਹ ਵੀ ਦਿੰਦੇ ਨੇ ਕਿ ਅਸੀਂ ਮੰਡੀ ਖੁੱਲੀ ਕਰਨ ਲੱਗੇ ਆ, ਓਪਨ ਮਾਰਕੀਟ ਕਰ ਦੇਣੀ ਆ, ਜਿਹਦਾ ਦਿਲ ਕਰਦਾ ਜਿੱਥੇ ਮਰਜ਼ੀ ਵੇਚੋ, ਜਿੱਥੇ ਮਰਜ਼ੀ ਖਰੀਦੋ। ਪਰ ਇਸ ਗੱਲ ਦੇ ਜਿਹੜੇ ਅਸਲ ਗਰਾਊਂਡ ਫੈਕਟਸ ਨੇ ਕਿ ਚਾਹੇ ਮੰਡੀ ਖੁੱਲੀ ਹੋਵੇ, ਚਾਹੇ ਹੋਵੇ ਉਹ ਬੰਦ, ਚਾਹੇ ਸਰਕਾਰੀ ਹੋਵੇ ਤੇ ਚਾਹੇ ਹੋਵੇ ਉਹ ਆੜ੍ਹਤੀਆਂ ਕੋਲੇ, ਜਦ ਤੱਕ ਇਸ ਪ੍ਰਾਈਸ ਚੈੱਕ ਦੇ ਉੱਤੇ ਇੱਕ ਕੰਟਰੋਲ ਨਹੀਂ ਕੀਤਾ ਜਾਂਦਾ ਤਦ ਤੱਕ ਤੁਸੀਂ ਉਹਨੂੰ ਖੁੱਲੀ ਕਰ ਦਿਓ ਚਾਹੇ ਓਪਨ ਕਰ ਦਿਓ, ਕਿਸਾਨਾਂ ਦਾ ਭਲਾ ਜਿਹੜਾ ਉਹ ਨਹੀਂ ਹੋਣ ਵਾਲਾ। ਪਰ ਆ ਪੈਟਰੋਲੀਅਮ ਪ੍ਰਾਈਸਿਸ ਦੇ ਉੱਤੇ ਤਾਂ ਇਹਨਾਂ ਦਾ ਪੂਰਾ ਕੰਟਰੋਲ ਆ। ਬਿਲਕੁਲ ਨਾ, ਇੱਕ ਗੱਲ ਹੋਰ ਮੈਨੂੰ ਚੇਤੇ ਆਈ, ਪਿੱਛੇ ਜੇ ਕੇਂਦਰੀ ਮੰਤਰੀ ਨੇ ਥੋੜੇ ਦਿਨ ਪਹਿਲਾਂ ਬਿਆਨ ਦਿੱਤਾ, ਕਹਿੰਦਾ ਵੀ ਇਹਦੇ ਲਈ ਪੁਰੀ ਸਾਹਿਬ ਨੇ, ਹਰਦੀਪ ਸਿੰਘ ਪੁਰੀ ਜੀ ਨੇ ਕਿਹਾ, ਜਿਹੜੇ ਨਵੇਂ ਪੈਟਰੋਲੀਅਮ ਮੰਤਰੀ ਬਣੇ ਨੇ, ਕਹਿੰਦੇ ਇਹਦੇ ਲਈ ਸੂਬਾ ਸਰਕਾਰਾਂ ਜ਼ਿੰਮੇਵਾਰ ਨੇ, ਕੇਂਦਰ ਸਰਕਾਰ ਤੇ ਨਾ ਘੜਾ ਭੰਨੋ ਤੇਲ ਦੀਆਂ ਕੀਮਤਾਂ ਵਧਣ ਦਾ। ਇਹ ਬਿਲਕੁਲ ਉਹਨਾਂ ਦੀ ਗੱਲ ਠੀਕ ਹੈ। ਸੂਬਾ ਸਰਕਾਰਾਂ ਵੀ ਉਨੀਆਂ ਹੀ ਜ਼ਿੰਮੇਵਾਰ ਨੇ ਜਿੰਨੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਦੋਨੋਂ ਹੀ ਆਪਣੀ ਆਪਣੀ ਡਿਊਟੀ ਤੇ ਆਪਣਾ ਆਪਣਾ ਟੈਕਸ ਜਿਹੜਾ ਆ ਉਹਦੇ ਤੇ ਲਾਉਂਦੇ ਨੇ। ਕਰੂਡ ਆਇਲ ਆਉਂਦਾ ਆ ਇੱਥੇ ਆ ਕੇ, ਉਹ ਰਿਫਾਈਨ ਹੁੰਦਾ ਆ, ਜਿਸ ਰੇਟ ਤੇ ਉਹ ਮਿਲਦਾ ਆ 30-35 ਰੁਪਏ, ਸ਼ਾਇਦ ਮੈਂ ਬਹੁਤ ਅੰਕੜਿਆਂ ਦੇ ਨੇੜੇ ਨਹੀਂ ਗਿਆ, 1-2 ਰੁਪਏ ਅੱਗੇ ਪਿੱਛੇ ਹੋਣਗੇ, 35-36 ਰੁਪਏ ਦੇ ਨੇੜੇ ਤੇੜੇ ਇਹਨਾਂ ਨੂੰ ਜਿਹੜਾ ਪੈਟਰੋਲ ਆ ਉਹ ਇੱਥੇ ਆ ਕੇ ਫਿੱਟ ਬੈਠਦਾ, ਜਿਸ ਰੇਟ 'ਚ ਉਹ ਤਿਆਰ ਹੋ ਜਾਂਦਾ। ਉਸ ਤੋਂ ਬਾਅਦ ਉਹਦੀ ਟਰਾਂਸਪੋਰਟੇਸ਼ਨ ਕਾਸਟ ਆ ਕਿ ਜਿੱਥੋਂ ਵੀ ਰਿਫਾਈਨ ਹੋਇਆ, ਜਾਂ ਮਥੁਰਾ ਰਿਫਾਈਨਰੀ ਤੋਂ ਹੋਇਆ, ਜਾਂ ਬਠਿੰਡਾ ਰਿਫਾਈਨਰੀ ਤੋਂ ਹੋਇਆ, ਜਾਂ ਜਾਮਨਗਰ ਰਿਫਾਈਨਰੀ ਤੋਂ ਹੋਇਆ, ਉਹ ਕਿੱਥੇ ਕਿੱਥੇ ਪਹੁੰਚਣਾ ਆ, ਕਿਤੇ ਪਾਈਪਲਾਈਨਸ ਆ ਤੇ ਬਹੁਤੀ ਜਗ੍ਹਾ ਤੇ ਫਿਰ ਅੱਗੇ ਉਹ ਜਿਹੜੇ ਹੈਗੇ ਆ ਟੈਂਕਰਸ ਨਾਲ ਸਪਲਾਈ ਹੁੰਦੀ ਆ। ਉਸ ਤੋਂ ਬਾਅਦ ਉਹਦੇ ਵਿੱਚ ਹੈਗਾ ਆ ਜਿਹੜੇ ਪੈਟਰੋਲ ਪੰਪ ਵਾਲੇ ਓਨਰ ਆ ਉਹਨਾਂ ਦੀ ਕਮਾਈ ਵਿੱਚ ਸ਼ਾਮਲ ਆ। ਉਸ ਤੋਂ ਇਲਾਵਾ ਹੁਣ ਤੁਸੀਂ ਹੈਰਾਨ ਹੋਵੋਗੇ ਕਿ 35 ਤੋਂ ਉਹ 100 ਕਿੱਦਾਂ ਬਣਦਾ। ਉਹ ਜਿਹੜੇ 65 ਰੁਪਏ ਨੇ ਉਹਦੇ ਚੋਂ ਪੈਟਰੋਲ ਦਾ ਵਾਲੀ ਜਿਹੜਾ ਡੀਲਰ ਆ ਉਹਦਾ ਕਮਿਸ਼ਨ ਬਹੁਤ ਥੋੜਾ ਆ, ਬਾਕੀ ਟਰਾਂਸਪੋਰਟ ਦੇ ਖਰਚੇ ਨੂੰ ਛੱਡ ਦਈਏ ਤੇ 25-25 30-30 ਰੁਪਏ ਲਗਭਗ ਸਟੇਟ ਸਰਕਾਰ ਦਾ ਟੈਕਸ ਆ ਤੇ ਇੰਨਾ ਹੀ ਜਿਹੜਾ ਆ ਉਹ ਸੈਂਟਰ ਸਰਕਾਰ ਦਾ ਟੈਕਸ ਆ। ਫਿਰ ਹੁਣ ਇਹ ਗੇਂਦ ਨੂੰ ਦੋਨੋਂ ਪਾਸੇ ਮਾਰੀ ਜਾਂਦੇ ਨੇ। ਪੁਰੀ ਸਾਹਿਬ ਨੇ ਇਧਰੋਂ ਠੁੱਡਾ ਮਾਰਤਾ ਕਿ ਸਾਡਾ ਕਸੂਰ ਨਹੀਂ, ਸਟੇਟ ਗਵਰਨਮੈਂਟ ਆਪਣਾ ਟੈਕਸ ਘਟਾ ਦੇਵੇ। ਸਟੇਟ ਗਵਰਨਮੈਂਟ ਠੁੱਡਾ ਮਾਰਨ ਦੀ, ਅਸੀਂ ਤੇ ਲੈਨੇ ਆ, ਸਾਡੇ ਕੋਲ ਵਸੀਲੇ ਘੱਟ ਆ, ਤੁਸੀਂ ਆਪਣਾ ਟੈਕਸ ਘਟਾ ਦਿਓ। ਪਰ ਘਟਾਉਣ ਦੀ ਜਿਹੜੀ ਨੌਬਤ ਆ ਉਹ ਕੋਈ ਵੀ ਨਹੀਂ ਆਉਣ ਦੇਣਾ ਚਾਹੁੰਦਾ। ਇਹਨਾਂ ਦੀ ਆਪਣੀ ਜੇਬ 'ਚ ਪੈਸੇ ਆ ਰਹੇ ਨੇ, ਪੁੱਛਣ ਵਾਲਾ ਕੋਈ ਹੈ ਨਹੀਂ, ਦੱਸਣ ਵਾਲੇ ਕਿਸੇ ਨੂੰ ਇਹ ਨਹੀਂ। ਸੋ ਜਿਹੜੀ ਗੱਲ ਹੈਗੀ ਆ ਇਹ ਕਿ ਠੀਕ ਆ, ਜੇ ਤੁਹਾਨੂੰ ਲੱਗਦਾ ਹੈ ਕਿ ਮਾਲੀਆ ਤੁਸੀਂ ਸਾਰਾ ਇੱਥੋਂ ਹੀ ਇਕੱਠਾ ਕਰਨਾ, ਫਿਰ ਲੋਕਾਂ ਨੂੰ ਤੁਸੀਂ ਕਿੱਥੇ ਲੈ ਕੇ ਜਾਣਾ? ਜੇ ਇੱਕ ਸਿਲੰਡਰ ਜਦੋਂ ਜਿਹੜਾ ਪ੍ਰਾਈਸ ਇੰਟਰਨੈਸ਼ਨਲ ਮਾਰਕੀਟ 'ਚ ਵੱਧਦੀ ਘਟਦੀ ਆ, ਤੁਸੀਂ ਉਹਦੇ ਨਾਲ ਉਹਨੂੰ ਕੰਪੇਅਰ ਫਿਰ ਕਿਉਂ ਨਹੀਂ ਕਰਦੇ? ਜਦੋਂ ਇੰਟਰਨੈਸ਼ਨਲ ਮਾਰਕੀਟ 'ਚ ਕੀਮਤ ਥੋੜੀ ਬਹੁਤ ਘਟਦੀ ਆ, ਇਹ ਚੁੱਪ ਚਪੀਤੇ ਜਿਹੜੀ ਐਕਸਾਈਜ਼ ਡਿਊਟੀ ਉਹਦੇ ਤੇ ਜਿਹੜੀ ਇਹਨਾਂ ਨੇ ਲਾਈ ਹੋਈ ਆ, ਜਿਹੜਾ ਇਹਨਾਂ ਟੈਕਸ ਸਲੈਬ ਆ ਲਾਇਆ ਹੋਇਆ, ਉਹ ਬਿਲਕੁਲ ਫਿਰ ਉਹ ਵਧਾ ਦਿੰਦੇ ਨੇ। ਉਹਦੀ ਸਭ ਤੋਂ ਵੱਡੀ ਵਜ੍ਹਾ ਜਿਹੜੀ ਸਾਹਮਣੇ ਆਉਂਦੀ ਹੈ ਸਵਲੀਨ ਜੀ, ਉਹ ਇਹ ਆ ਕਿ ਲੋਕਤੰਤਰ ਦੇ ਵਿੱਚ ਜਿਹੜਾ ਇੱਕ ਮਜ਼ਬੂਤ ਵਿਰੋਧੀ ਧਿਰ ਆ ਉਹਦਾ ਹੋਣਾ ਵੀ ਜ਼ਰੂਰੀ ਹੈ। ਅਸੀਂ ਕਈ ਵਾਰ ਇਹ ਗੱਲ ਕਰਦੇ ਹਾਂ ਕਿ ਜਦੋਂ ਸਰਕਾਰਾਂ ਕੋਲ ਬਹੁਤਾ ਬਹੁਮਤ ਨਹੀਂ ਹੁੰਦਾ, ਜਦੋਂ ਸਰਕਾਰਾਂ ਕੋਲ ਲੜ ਖੜਾਉਂਦਾ ਹੋਇਆ ਨੰਬਰਸ ਹੋਣ, ਪਤਾ ਹੋਵੇ ਕਿ ਇੰਨੇ ਕੁ ਬੰਦਿਆਂ ਨਾਲ ਹੀ ਸਰਕਾਰ ਚੱਲਦੀ ਆ, ਜਦੋਂ ਸਰਕਾਰਾਂ ਕੋਲ ਮਿਲੀ ਜੁਲੀ ਸਰਕਾਰ ਹੋਵੇ, ਉਦੋਂ ਉਹ ਸਰਕਾਰਾਂ ਨੂੰ ਚੱਲਦੇ ਰੱਖਣ ਲਈ ਲੋਕਾਂ ਦਾ ਭਲਾ ਸੋਚਦੀਆਂ। ਫਿਰ ਥੋੜੇ ਬਹੁਤੇ ਜਿਹੜੇ ਡਿਸੀਜਨ ਨੇ ਉਹ ਲੋਕ ਪੱਖੀ ਹੁੰਦੇ ਨੇ, ਨਹੀਂ ਤੇ ਇਸ ਮਹਿੰਗਾਈ ਦਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੇ ਕਿਹੜਾ ਆਪਣੇ ਲਈ ਆਪ ਖਰੀਦਣਾ। ਜੀ ਤੁਸੀਂ ਐਕਸਾਈਜ਼ ਡਿਊਟੀ ਦੀ ਗੱਲ ਕਰ ਰਹੇ ਆ, 2014 ਦੇ ਵਿੱਚ ਪੈਟਰੋਲ ਤੇ 9.40 ਪ੍ਰਤੀ ਲੀਟਰ ਸੀ, ਜਿਹੜੀ ਮੋਦੀ ਸਾਹਿਬ ਖਿੱਚ ਕੇ 32 ਰੁਪਏ ਤੋਂ ਉੱਤੇ ਲੈ ਗਏ ਨੇ। ਤੇ ਡੀਜ਼ਲ ਤੇ ਸਿਰਫ 3.56 ਸੀਗੀ, ਜਿਹੜੀ ਹੁਣ 31 ਸਮਥਿੰਗ ਹੋ ਚੁੱਕੀ ਹੈ। ਆਪਣੇ ਹਿੱਤਾਂ ਲਈ ਸਾਰਾ ਕੁਝ ਕਰੀ ਜਾਂਦੇ ਨੇ, ਜੇਬਾਂ ਭਰਨ ਲਈ। ਦੇਖੋ ਤੁਸੀਂ ਇੱਕ ਇਸ ਤਰੀਕ ਨੂੰ ਦੂਸਰੇ ਤਰੀਕੇ ਨਾਲ ਸਮਝੋ, ਦੁਨੀਆ ਦੇ ਬਹੁਤ ਦੇਸ਼ਾਂ ਦੇ ਵਿੱਚ ਡੀਜ਼ਲ ਨਾਲ ਕਾਰਾਂ ਚੱਲਦੀਆਂ, ਪਰ ਇੰਨੀਆਂ ਨਹੀਂ ਚੱਲਦੀਆਂ ਜਿੰਨੀਆਂ ਸਾਡੇ ਮੁਲਕ 'ਚ ਚੱਲਦੀਆਂ। ਨਿਊਜ਼ੀਲੈਂਡ ਵਰਗੀਆਂ ਜਿਹੜੀਆਂ ਕੰਟਰੀਜ਼ ਨੇ, ਹਾਲਾਂਕਿ ਉਹਨਾਂ ਦੀ ਆਬਾਦੀ ਨਾਲ ਸਾਡੇ ਨੂੰ ਕੰਪੈਰੀਜ਼ਨ ਜਿਹੜਾ ਤੁਲਨਾ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਜੇ ਉੱਥੇ ਤੁਸੀਂ ਡੀਜ਼ਲ ਕਾਰ ਲੈਂਦੇ ਆ ਤਾਂ ਤੁਹਾਨੂੰ ਉੱਥੇ ਵੱਧ ਟੈਕਸ ਦੇਣਾ ਪੈਂਦਾ। ਇੱਥੇ ਇਹਨਾਂ ਨੂੰ ਜਿਹੜੀ ਗ੍ਰੀਨ ਟ੍ਰਿਬਿਊਨਲ ਹੈ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ, ਜਾਂ ਵਾਤਾਵਰਣ ਦੇ ਮਾਹਰ ਨੇ, ਜਾਂ ਫਿਰ ਜਦੋਂ ਜਿੰਨੀਆਂ ਵੀ ਇਹ ਸਾਰੀਆਂ ਵਾਤਾਵਰਣ ਦੇ ਪ੍ਰੇਮੀ ਨੇ, ਉਹ ਸਾਰੇ ਜਾਣਦੇ ਨੇ, ਸਮਝਦੇ ਨੇ, ਇਹ ਮਾਹਰ ਵੀ ਸਮਝਦੇ ਨੇ ਕਿ ਧਰਤੀ ਦੇ ਉੱਤੇ ਜਿਹੜੀਆਂ ਹੈਗਾ ਪ੍ਰਦੂਸ਼ਣ ਆ, ਜਿਹੜਾ ਡੀਜ਼ਲ ਨਾਲ ਵੱਧ ਹੁੰਦਾ ਤੇ ਪੈਟਰੋਲ ਨਾਲ ਘੱਟ। ਡੀਜ਼ਲ ਨੂੰ ਸਬਸਿਡਾਈਜ਼ ਕੀਤਾ ਗਿਆ ਸੀਗਾ ਖੇਤੀ ਸੈਕਟਰ ਲਈ, ਤੇ ਇਸੇ ਸਬਸਿਡਾਈਜ਼ ਸੈਕਟਰ ਹੋਣ ਕਰਕੇ ਹੀ ਡੀਜ਼ਲ ਜਿਹੜਾ ਆ ਕਾਫੀ ਸਾਲਾਂ ਤੱਕ ਕਿਸਾਨਾਂ ਨੂੰ ਚੰਗੇ ਮੁੱਲ ਮਿਲਦਾ ਰਿਹਾ। ਪਰ ਇਸ ਸਰਕਾਰ ਨੇ ਉਹ ਜਿਹੜਾ ਸਬਸਿਡਾਈਜ਼ ਸੈਕਟਰ ਸੀ ਉਹ ਟੋਟਲ ਖਤਮ ਕਰ ਦਿੱਤਾ।
ਤੇ ਉਸ ਨੂੰ ਵੀ ਪ੍ਰਾਈਸ ਇੰਡੈਕਸ ਨਾਲ ਸਿੱਧਾ ਜੋੜ ਦਿੱਤਾ। ਹੁਣ ਕੰਪਨੀਆਂ ਜਿੱਦਾਂ ਰੇਟ ਵੱਧਦਾ ਹੈ ਉਦਾਂ ਵਧਾ ਦਿੰਦੀਆਂ ਨੇ। ਜੇ ਤੁਸੀਂ ਉਸ ਇੰਡੈਕਸ ਨਾਲ ਜੋੜਨਾ ਫਿਰ ਤੁਸੀਂ ਆਪਣੀ ਐਕਸਾਈਜ਼ ਡਿਊਟੀ ਨਾ ਉਨੀ ਵਧਾਈ ਜਾਓ ਨਾਲ ਜਿੱਦਣ ਇੰਟਰਨੈਸ਼ਨਲ ਪ੍ਰਾਈਸ ਦੇ ਵਿੱਚ ਘੱਟ ਆਫ ਹੁੰਦੀ ਆ, ਇਹ ਆਪਣਾ ਐਕਸਾਈਜ਼ ਜਿਹੜਾ ਆ ਉਹ ਵਧਾ ਦਿੰਦੇ ਨੇ। ਜੀ ਬੇਲਗਾਮ ਹੋਈ ਮਹਿੰਗਾਈ ਇੱਕ ਬੜਾ ਅਹਿਮ ਮੁੱਦਾ ਆ, ਬੜਾ ਗੰਭੀਰ ਮੁੱਦਾ ਆ। ਇਸ ਵੇਲੇ ਇਸ ਦੇ ਖਿਲਾਫ ਆਵਾਜ਼ ਉਠਾਉਣ ਦੀ ਲੋੜ ਹੈ। ਚੋਣਾਂ ਦਾ ਵੇਲਾ ਆ, ਇਹਨਾਂ ਮੰਤਰੀਆਂ ਨੇ, ਇਹਨਾਂ ਆਗੂਆਂ ਨੇ ਫਿਰ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਣਾ ਆ ਤੇ ਤੁਸੀਂ ਇਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਆ, ਸਵਾਲ ਪੁੱਛਣੇ ਨੇ, ਬਿਕੋਜ਼ ਯੂ ਆਰ ਦਾ ਵੋਟਰਸ।